ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਚੁਪੈ ਚੁੱਪ ਨ ਹੋਵਈ, ਜੇ ਲਾਏ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਂ ਲੱਖ ਹੋਹੇ, ਤਾ ਇਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ। ਆਪ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਅੰਗ ਔਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਹ ਜਿੰਨੀਆਂ ਇਸ ਬਾਣੀ ਦੀਆਂ ਪੌੜੀਆਂ ਹਨ, 38 ਪੌੜੀਆਂ ਤੋਂ ਅੱਗੇ ਸ਼ਲੋਕ ਆਉਂਦਾ ਹੈ। ਪੌੜੀਆਂ ਬਾਰੇ ਆਪਾਂ ਜਾਣਦੇ ਹਾਂ। ਪੌੜੀ ਸਾਨੂੰ ਜ਼ਮੀਨ ਤੋਂ ਛੱਤ ਤੱਕ ਲੈ ਕੇ ਜਾਂਦੀ ਹੈ। ਪੌੜੀ ਸਾਨੂੰ ਫਰਸ਼ ਤੋਂ ਅਰਸ਼ ਵੱਲ ਨੂੰ ਲੈ ਕੇ ਜਾਂਦੀ, ਉੱਚਾ ਲੈ ਕੇ ਜਾਂਦੀ ਹੈ। ਸਤਿਗੁਰੂ ਜੀ ਦੇ ਸਰੂਪ ਵਿੱਚ 22 ਵਾਰਾਂ ਆਈਆਂ ਨੇ। ਵਾਰਾਂ ਦੇ ਵਿੱਚ ਪੌੜੀਆਂ ਨੇ। ਇਹ ਪੌੜੀਆਂ ਕਾਹਦੇ ਵਾਸਤੇ ਬਣਾਈਆਂ? ਨਾਲ ਸ਼ਲੋਕ ਨੇ। ਇਸ ਬਾਣੀ ਵਿੱਚ ਵੀ ਸ਼ਲੋਕ ਹੈ। ਅਖੀਰ ਦੇ ਉੱਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਸ ਢੰਗ ਦੇ ਨਾਲ ਪੌੜੀ ਲੈ ਕੇ ਜਾਂਦੀ ਏ ਸ਼ਲੋਕ ਤੱਕ। ਸ਼ਲੋਕ ਦਾ ਅਰਥ ਹੈ ਸੱਸੇ ਦਾ ਅਰਥ ਹੈ ਸੋਹਣਾ, ਲੋਕ ਦਾ ਅਰਥ ਹੈ ਦੁਨੀਆ। ਉਸ ਵਾਹਿਗੁਰੂ ਦੇ ਸੁੰਦਰ ਦੇਸ਼ ਤੱਕ ਪਹੁੰਚਣ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹ ਬਾਣੀ ਰੂਪੀ ਪੌੜੀਆਂ ਦੇ ਰਹੇ ਨੇ। ਇਹਨਾਂ ਪੌੜੀਆਂ 'ਤੇ ਜਿਉਂ-ਜਿਉਂ ਸੁਰਤ ਚੜ੍ਹੇਗੀ, ਜਿਉਂ-ਜਿਉਂ ਧਿਆਨ ਚੱਲੇਗਾ, ਜਿਉਂ-ਜਿਉਂ ਜੀਵਨ ਇਹਨਾਂ ਪੌੜੀਆਂ ਨੂੰ ਜੀਵੇਗਾ ਆਪਣੀ ਜ਼ਿੰਦਗੀ ਦੇ ਵਿੱਚ, ਜਪਦਿਆਂ ਜਪਦਿਆਂ, ਗਾਉਂਦਿਆਂ ਗਾਉਂਦਿਆਂ, ਕਮਾਉਂਦਿਆਂ ਕਮਾਉਂਦਿਆਂ, ਇੱਕ ਦਿਨ ਇਹਨਾਂ ਪੌੜੀਆਂ 'ਤੇ ਜਦੋਂ ਸਫ਼ਰ ਕਰੇਗਾ ਸਿੱਖ, ਤਾਂ ਇਹ ਇੱਕ ਦਿਨ ਉਸ ਸ਼ਲੋਕ ਵਿੱਚ ਪਹੁੰਚ ਜਾਏਗਾ, ਉਸ ਲੋਕ ਵਿੱਚ, ਉਸ ਘਰ ਦੇ ਵਿੱਚ। ਇਸ ਕਰਕੇ ਇਹ ਪੌੜੀਆਂ ਨੇ ਸੁਰਤ ਦੀਆਂ, ਜ਼ਿੰਦਗੀ ਨੂੰ ਬਦਲਣ ਵਾਸਤੇ। ਬੜੇ ਹੀ ਅਜੀਬ ਤੇ ਮਹਾਨ ਮਿੱਠੇ ਬਚਨ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਉਚਾਰੇ ਨੇ। ਇਹ ਪਹਿਲੀ ਪੌੜੀ ਬਹੁਤ ਵੱਡਾ ਆਧਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਔਰ ਇੱਕ ਸਵਾਲ ਦੇ ਜਵਾਬ ਵਿੱਚ ਉਚਾਰੀ ਗਈ। ਵੈਸੇ ਤਾਂ ਬਹੁਤੀ ਬਾਣੀ ਕਿਸੇ ਨਾ ਕਿਸੇ ਸਵਾਲ ਦੇ ਜਵਾਬ ਵਿੱਚ ਹੀ ਉਚਾਰੀ ਗਈ ਹੈ। ਇੱਥੇ ਵੀ ਇੱਕ ਸਵਾਲ ਹੈ। ਕਿਸੇ ਨੇ ਪੁੱਛਿਆ ਕਿ ਸਚਿਆਰਾ ਕਿਵੇਂ ਹੋਈਏ, ਕਿਵ ਸਚਿਆਰਾ ਹੋਈਏ। ਇਹ ਸਵਾਲ ਹੈ ਇਹਦੇ ਵਿੱਚ। ਸਚਿਆਰ ਕਿਵੇਂ ਬਣੀਏ? ਕੋਈ ਇਸ ਤਰ੍ਹਾਂ ਦਾ ਤਰੀਕਾ ਦੱਸੋ, ਕੋਈ ਇਸ ਤਰ੍ਹਾਂ ਦੀ ਜੁਗਤ ਦੱਸੋ। ਇੰਝ ਲੱਗਦਾ ਹੈ ਸਵਾਲ ਵੀ ਕਿਸੇ ਪੜ੍ਹੇ ਲਿਖੇ ਦਾ ਹੈ, ਕਿਸੇ ਸਿਆਣੇ ਦਾ ਹੈ, ਕਿਸੇ ਸੋਚਣ ਵਾਲੇ ਦਾ ਸਵਾਲ ਹੈ, ਜਿਹੜਾ ਕਰਨ ਨਾਲੋਂ ਸੋਚਣ 'ਤੇ ਜ਼ਿਆਦਾ ਜ਼ੋਰ ਲਾ ਦਿੰਦਾ ਹੈ। ਕਰਦਾ ਘੱਟ ਹੈ, ਸੋਚਦਾ ਜ਼ਿਆਦਾ ਹੈ। ਕਿਉਂਕਿ ਇਸ ਪੌੜੀ ਦਾ ਇੱਕ ਆਧਾਰ ਸਹਿਸ ਸਿਆਣਪਾਂ ਦੇ ਉੱਤੇ ਖੜ੍ਹਾ ਹੈ, ਉਹਦੇ ਨਾਲ ਸੰਬੰਧ ਰੱਖਦਾ ਹੈ। ਗੁਰੂ ਸਾਹਿਬ ਨੇ ਇੰਝ ਲੱਗਦਾ ਹੈ
ਜਿਸ ਬੰਦੇ ਨੂੰ ਜਵਾਬ ਦੇ ਰਹੇ ਨੇ ਉਹਦੇ ਕੋਲ ਕੋਈ ਇੱਕ ਸਿਆਣਪ ਨਹੀਂ, ਉਹਦੇ ਕੋਲ ਕੋਈ ਦੋ ਸਿਆਣਪਾਂ ਨਹੀਂ, ਉਹਦੇ ਕੋਲ ਤੇ ਲੱਖਾਂ ਹੀ ਸਿਆਣਪਾਂ ਨੇ। ਤਾਂ ਹੀ ਉਹਨੂੰ ਕਹਿ ਰਹੇ ਨੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਸਿਆਣਪਾਂ ਵਿਚਾਰਾਂ ਸੋਚਾਂ ਬੜੀਆਂ ਵੀ ਹੋਣ ਤੇ ਸਚਿਆਰ ਹੋਣ ਵਿੱਚ ਮਦਦਗਾਰ ਨਹੀਂ ਹੋ ਸਕਦੀਆਂ, ਸਹਾਇਤਾ ਨਹੀਂ ਕਰ ਸਕਦੀਆਂ। ਮਕਸਦ ਕੀ ਹੈ? ਕਿਵ ਸਚਿਆਰਾ ਹੋਈਐ। ਸਾਡੀ ਮੰਜ਼ਿਲ ਕੀ ਹੈ? ਸਚਿਆਰ ਹੋਣਾ। ਸਾਡਾ ਅਸੀਂ ਕਿੱਥੇ ਪਹੁੰਚਣਾ? ਇੱਕ ਧਾਰਮਿਕ ਬੰਦੇ ਦਾ ਆਖਰ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦਾ ਕੋਈ ਮੰਜ਼ਿਲ ਮਕਸੂਦ ਤੇ ਹੋਣੀ ਚਾਹੀਦੀ ਨਾ, ਵੀ ਉਹਨੇ ਜਾਣਾ ਕਿੱਥੇ। ਆਪਾਂ ਜੇ ਗੁਰੂ ਵਾਲੇ ਬਣੇ ਆ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆ ਤਾਂ ਸਾਡੀ ਇੱਕ ਤਾਂ ਗੱਲ ਪੱਕੀ ਏ, ਸਾਡੀ ਕੋਈ ਨਾ ਕੋਈ ਮੰਜ਼ਿਲ ਤੇ ਹੋਵੇ ਤਾਂ ਹੀ ਫਾਇਦਾ ਹੈ। ਤੇ ਗੁਰੂ ਸਾਹਿਬ ਦੇ ਜਿਹੜੀ ਸਿੱਖ ਨੂੰ ਮੰਜ਼ਿਲ ਬਖਸ਼ੀ ਏ ਉਹ ਕੁੜਿਆਰ ਤੋਂ ਸਚਿਆਰ ਦੀ ਯਾਤਰਾ ਹੈ, ਝੂਠ ਤੋਂ ਸੱਚ ਦੀ ਯਾਤਰਾ ਹੈ, ਕਾਲ ਤੋਂ ਅਕਾਲ ਦੀ ਯਾਤਰਾ ਹੈ, ਪਦਾਰਥ ਤੋਂ ਪਰਮਾਤਮਾ ਵਾਹਿਗੁਰੂ ਦੀ ਘਰ ਦੀ ਯਾਤਰਾ ਹੈ। ਇੱਥੇ ਸਚਿਆਰੇ ਦੇ ਅਰਥ ਥੋੜ੍ਹੀ ਜਿਹੀ ਬੇਨਤੀ ਕਰਾਂਗਾ। ਕਿਵ ਸਚਿਆਰਾ ਹੋਈਐ। ਸਚਿਆਰਾ ਹੋਣ ਦਾ ਇੱਥੇ ਅਰਥ ਕਈ ਵਾਰੀ ਅਸੀਂ ਇੱਥੋਂ ਤੱਕ ਬੰਦ ਕਰ ਦਿੰਦੇ ਹਾਂ ਕਿ ਫਲਾਣਾ ਬੰਦਾ ਸੱਚ ਬੜਾ ਬੋਲਦਾ ਹੈ। ਠੀਕ ਹੈ, ਸੱਚ ਬੋਲਣਾ ਵੀ ਸਚਿਆਰਾ ਹੋਣਾ ਹੈ। ਮੈਂ ਇੱਥੇ ਇਹ ਨਹੀਂ ਹਮਾਇਤ ਕਰ ਰਿਹਾ ਵੀ ਜੋ ਮਰਜ਼ੀ ਝੂਠ ਬੋਲੀ ਜਾ, ਝੂਠ ਨਹੀਂ, ਝੂਠ ਪ੍ਰਵਾਨ ਨਹੀਂ ਸੱਚੇ ਪਾਤਸ਼ਾਹ ਜੀ ਨੂੰ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਕਹਿੰਦੇ ਮੈਨੂੰ ਤੇ ਸੱਚ ਪ੍ਰਵਾਨ ਹੈ, ਪਰ ਇੱਥੇ ਵਿਆਖਿਆ ਕਰਨ ਵਾਲਿਆਂ ਨੇ ਸੱਚ ਦੀ ਵਿਆਖਿਆ ਕਈ ਵਾਰੀ ਸਿਰਫ ਦਿਮਾਗੀ ਮੰਡਲ ਤੱਕ ਕਰ ਦਿੱਤੀ। ਦਿਮਾਗ ਤੋਂ ਸੱਚਾ ਹੈ, ਸਮਾਜ ਵਿੱਚ ਸੱਚਾ ਹੈ। ਕਿਉਂ? ਇੱਕ ਸੱਚ ਹੈ, ਉਹ ਆਪ ਬਣਾਇਆ ਹੈ ਸਮਾਜ ਵਿੱਚ ਚੰਗੇ ਬਣਨ ਵਾਸਤੇ। ਧਰਮ ਦੀ ਪਹਿਲੀ ਲਾਈਨ ਵਿੱਚ ਆਉਣ ਵਾਸਤੇ ਲੋਕ ਕਹਿਣਗੇ ਤੇ ਬੰਦਾ ਹੀ ਬੜਾ ਸੱਚ ਬੋਲਦਾ, ਇਹਨੇ ਕਦੀ ਝੂਠ ਬੋਲਿਆ ਨਹੀਂ। ਸਮਾਜ ਦੀ ਕਿਸੇ ਲਾਈਨ ਵਿੱਚ ਉੱਚਾ ਥਾਂ ਕਰਨ ਲਈ ਕਹਿੰਦੇ ਸੱਚ ਬੜਾ ਬੋਲਦਾ। ਜ਼ਰੂਰੀ ਏ, ਇਹ ਜ਼ਰੂਰੀ ਤਾਂ ਹੈ ਸੀ, ਪਰ ਇੱਕ ਸੱਚ ਹੁੰਦਾ ਮਨੁੱਖ ਸਿਰਫ ਤੇ ਸਿਰਫ ਸੋਚ ਕੇ ਬੋਲਦਾ, ਜਿਹਦਾ ਜ਼ਿਕਰ ਇਸ ਪੌੜੀ ਵਿੱਚ ਕੀਤਾ ਹੈ। ਬਣਾ ਕੇ ਬੋਲਦਾ, ਸੱਚ ਦੀ ਐਕਟਿੰਗ ਕਰਦਾ ਇਕੱਲੀ। ਉਹ ਚੰਗੇ ਬਣਨ ਲਈ ਹੁੰਦੀ ਏ, ਉਹ ਰੱਬ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ। ਇੱਕ ਸੱਚ ਕਿਹੜਾ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਕਿਵ ਸਚਿਆਰਾ ਹੋਈ ਹੈ? ਉਹ ਸੱਚ ਇੱਕ ਹੋਰ ਵਸਤੂ ਹੈ। ਉਹ ਸੱਚ ਕਿਹੜਾ ਹੈ? ਉਹ ਸੱਚ ਹੈ ਵੀ ਉਹ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਧੋਈ ਜਾਂਦਾ ਹੈ। ਹਉਮੈ ਦੀ ਮੈਲ ਨੂੰ ਪਹਿਲਾਂ ਧੋਂਦਾ ਹੈ, ਲੋਭ ਦੀ ਮੈਲ ਨੂੰ ਧੋਂਦਾ ਹੈ, ਮੋਹ ਦੀ ਮੈਲ ਨੂੰ ਧੋਂਦਾ ਹੈ, ਸੰਸਾਰ ਦੀ ਪਕੜ ਨੂੰ ਧੋਈ ਜਾਂਦਾ ਹੈ। ਇਸ ਤਰ੍ਹਾਂ ਧੋਂਦਿਆਂ ਵਾਸ਼ਨਾ ਧੁੱਪ ਗਈ, ਸਾਰਾ ਨਿੰਦਿਆ ਦੀ ਮੈਲ ਨੂੰ ਧੋ ਦਿੰਦਾ ਆਪਣੇ ਅੰਦਰੋਂ। ਜਿਉਂ-ਜਿਉਂ ਨਾਮ ਜਪਦਾ ਹੈ, ਜਿਉਂ-ਜਿਉਂ ਬਾਣੀ ਨਾਲ ਜੁੜਦਾ ਹੈ, ਜਿਉਂ-ਜਿਉਂ ਸੇਵਾ ਕਰਦਾ ਹੈ, ਧੁੱਪਦਿਆਂ ਇੱਕ ਦਿਨ ਸਿਰਫ ਤੇ ਸਿਰਫ ਅੰਦਰ ਇੱਕ ਸ਼ੁੱਧ ਜੀਵਨ ਬਚ ਜਾਂਦਾ ਹੈ। ਉਸ ਸ਼ੁੱਧਤਾ ਨੂੰ ਇੱਥੇ ਕਿਹਾ ਸਚਿਆਰਾ। ਇਹ ਸਮਝਣਾ ਬੜਾ ਜ਼ਰੂਰੀ ਹੈ। ਕਈ ਵਾਰੀ ਅਸੀਂ ਇੱਥੇ ਉੱਪਰਲੀ ਖੋਪਰੀ ਵਿੱਚ ਇੱਕ ਖਾਨੇ ਵਿੱਚ ਬੜੇ ਚੰਗੇ ਬਣੇ ਰਹਿੰਦੇ ਹਾਂ। ਇਹ ਪੌੜੀ ਸਭ ਤੋਂ ਪਹਿਲਾ ਜਿਹੜਾ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਸਾਡੇ ਜਾਅਲੀ ਜੀਵਨ ਨੂੰ ਤੋੜਦਾ ਹੈ। ਇੱਥੋਂ ਤੱਕ ਸੀਮਤ ਨਹੀਂ ਰੱਖਣਾ। ਸਤਿਗੁਰੂ ਕਹਿੰਦੇ ਨੇ ਸਚਿਆਰ ਦੇ ਅਰਥ ਨੇ ਆਪਣੇ ਆਪ ਨੂੰ ਤਮਾਮ ਸਾਰੀ ਪ੍ਰਕਾਰ ਦੇ ਵਿਕਾਰਾਂ ਤੋਂ ਧੋ ਕੇ ਸ਼ੁੱਧ ਕਰ ਦੇਣਾ। ਇੱਥੇ ਸਚਿਆਰ ਦੇ ਅਰਥ ਇਹ ਕਰਾਂਗੇ ਕਿਵੇਂ ਹੋਈਏ ਸ਼ੁੱਧ, ਕਿਵੇਂ ਹੋਈਏ ਪਵਿੱਤਰ, ਜਾਂ ਕਿਵੇਂ ਹੋਈਏ ਖਾਲਸ। ਖਾਲਸਾ ਦਾ ਅਰਥ ਵੀ ਪਵਿੱਤਰ ਹੈ, ਸ਼ੁੱਧ। ਕਿਵ ਸਚਿਆਰਾ ਹੋਈ ਹੈ, ਇਹ ਸਵਾਲ ਹੈ ਗੁਰੂ ਸਾਹਿਬ ਦਾ। ਇਹ ਸਾਡੀ ਮੰਜ਼ਿਲ ਹੈ। ਗੁਰੂ ਸਾਹਿਬ ਕਹਿੰਦੇ ਗੁਰੂ ਕੇ ਸਿੱਖਾ ਤੂੰ ਪਵਿੱਤਰ ਕਿਵੇਂ ਹੋਵੇਂਗਾ, ਸ਼ੁੱਧ ਕਿਵੇਂ ਹੋਵੇਂਗਾ? ਇਹਦੇ ਜਵਾਬ ਦੇ ਵਿੱਚ ਹੁਣ ਜਿਹਨੇ ਪੁੱਛਿਆ, ਗੁਰੂ ਸਾਹਿਬ ਉਸ ਵੇਲੇ ਦੇ ਪ੍ਰਚਲਿਤ ਜਿਹੜੇ ਪਹਿਲਾਂ ਲੋਕ ਚੀਜ਼ਾਂ ਦੀ ਵਰਤੋਂ ਕਰ ਰਹੇ ਸਨ, ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਇਹ 3-4 ਪ੍ਰਕਾਰ ਦੇ ਜਿਹੜੇ ਕੰਮ ਨੇ ਨਾ, ਇਹ 4 ਪ੍ਰਕਾਰ ਦੇ ਕੰਮ ਸਾਰੇ ਲੋਕ ਕਰ ਰਹੇ ਨੇ। ਸਾਰੇ ਲੋਕ ਇਹ ਕੰਮ ਕਰੀ ਜਾਂਦੇ ਨੇ, ਪਰ ਇਹਦੇ ਨਾਲ ਕੋਈ ਸਚਿਆਰ ਨਹੀਂ ਹੋ ਸਕਦਾ। ਪਹਿਲਾਂ ਉਹਨਾਂ ਦਾ ਵਰਣਨ ਕਰਨਗੇ ਇਸ ਪੌੜੀ ਵਿੱਚ ਵੀ ਇਸ ਤਰ੍ਹਾਂ ਕੋਈ ਸਚਿਆਰ ਨਹੀਂ ਹੁੰਦਾ। ਤੇ ਝੂਠ ਦੀ ਜਿਹੜੀ ਕੰਧ ਨਹੀਂ ਟੁੱਟਦੀ, ਕੂੜ ਨਹੀਂ ਖਤਮ ਹੁੰਦਾ, ਉਹ ਪਹਿਲਾਂ ਕਰਮ ਗਿਣਨਗੇ,
ਤੇ ਅਖੀਰਲੀ ਪੰਕਤੀ ਵਿੱਚ ਆਪਣਾ ਦਾਰੂ ਦੱਸ ਦੇਣਗੇ ਕਿ ਇਲਾਜ ਕਿਹੜਾ ਕਰਨਾ ਹੈ। ਇਹ ਸਾਰੇ ਕੁਝ ਨੂੰ ਅੰਦਰੋਂ ਕੂੜ ਦੀ ਮੈਲ ਨੂੰ ਕੱਢਣ ਵਾਸਤੇ ਕਿਹੜੀ ਦਵਾਈ ਹੈ, ਕਿਹੜਾ ਤਰੀਕਾ ਹੈ ਤੇ ਕਿਵੇਂ ਆਪਾਂ ਸ਼ੁੱਧ ਹੋ ਸਕਨੇ ਆ। ਪਹਿਲਾਂ ਆਪਾਂ ਉਹ ਜਿਹੜੀਆਂ ਪੰਕਤੀਆਂ ਨੇ ਜਿਹਦੇ ਵਿੱਚ ਉਸ ਸਮੇਂ ਦੇ ਲੋਕ ਕੰਮ ਕਰ ਰਹੇ ਸਨ ਪਵਿੱਤਰ ਹੋਣ ਵਾਸਤੇ, ਰੱਬ ਨਾਲ ਜੁੜਨ ਵਾਸਤੇ, ਉਹ ਕਰਮ ਪਹਿਲਾਂ ਗਿਣੇ, ਉਹਨਾਂ ਦੀ ਵਿਆਖਿਆ ਆਪ ਜੀ ਨਾਲ ਸਾਂਝੀ ਕਰਾਂ। ਹਜ਼ੂਰ ਉਸ ਮਨੁੱਖ ਨੂੰ ਜਿਹਨੇ ਪੁੱਛਿਆ ਸਚਿਆਰ ਕਿਵੇਂ ਹੋਈਏ, ਉਹਦਾ ਜਵਾਬ ਦਿੰਦੇ ਕਹਿੰਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇੱਥੇ ਵਿਦਵਾਨਾਂ ਨੇ ਸੋਚੈ ਦੇ ਅਰਥ ਅੱਧਿਆਂ ਨੇ ਕੀਤੇ ਨੇ, ਇਸ਼ਨਾਨ ਕਰਨਾ, ਸੋਚ ਰੱਖਣੀ, ਤੇ ਅੱਧਿਆਂ ਨੇ ਕੀਤੇ ਨੇ ਸੋਚੀ ਜਾਣਾ, ਵਿਚਾਰ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚ ਦੋਵੇਂ ਚੀਜ਼ਾਂ ਆਈਆਂ। ਪਰ ਜਿਵੇਂ ਮੈਂ ਬੇਨਤੀ ਕਰਾਂ, ਜਿਵੇਂ ਸਮਝ ਲੱਗਦੀ ਏ, ਹੁੰਦਾ ਕੀ ਏ, ਅਸੀਂ ਚੰਗੇ ਕੰਮਾਂ ਬਾਰੇ ਸੋਚਦੇ ਬਹੁਤ ਰਹਿੰਦੇ ਹਾਂ, ਵਿਚਾਰਦੇ ਬਹੁਤ ਰਹਿੰਦੇ ਹਾਂ। ਸਵੇਰੇ ਉੱਠਾਂਗੇ ਸੋਚੀ ਗਏ। ਸਵੇਰੇ ਉੱਠਣਾ ਸੀ 4 ਵਜੇ ਤੇ ਪਹਿਲੇ ਦਿਨ ਤੋਂ ਲੈ ਕੇ 20 ਘੰਟੇ ਸੋਚਦੇ ਰਹੇ, ਉੱਠਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਸੋਚਦੇ ਰਹੇ 20 ਘੰਟੇ। ਉੱਠਣਾ ਸੀ 1 ਘੰਟਾ, ਜਿੰਨੀ ਤਾਕਤ ਸੀ ਸਾਰੀ 20 ਘੰਟੇ ਸੋਚਣ ਵਿੱਚ, ਵਿਚਾਰਨ ਵਿੱਚ ਲਾ ਦਿੱਤੀ, ਪਰ ਸੋਚ ਕੇ ਉਹ ਕੰਮ ਕੀਤਾ ਨਹੀਂ। ਸਤਿਗੁਰੂ ਇੱਥੇ ਕਹਿ ਰਹੇ ਨੇ ਵੀ ਦੁਨੀਆ ਦੇ ਲੋਕ ਕੁਝ ਤੇ ਮਾਇਆ ਵਿੱਚ ਫਸੇ ਹੋਏ ਨੇ ਤੇ ਸੋਚੀ ਜਾਂਦੇ ਨੇ, ਕਰਾਂਗੇ, ਹੋਏਗਾ, ਵੇਖ ਲਾਂਗੇ, ਸੋਚੀ ਜਾ ਰਹੇ। ਇਹਦੇ ਅਰਥ ਇਹ ਪ੍ਰਤੀਤ ਹੁੰਦੇ ਨੇ। ਕੁਝ ਲੋਕ ਵਿਚਾਰਾਂ ਹੀ ਕਰੀ ਜਾ ਰਹੇ ਨੇ ਵੀ ਅਗਲੇ ਸਾਲ ਕਰਾਂਗੇ, ਉਹ ਸੋਚੀ ਜਾ ਰਹੇ ਨੇ। ਪਰ ਗੁਰੂ ਸਾਹਿਬ ਕਹਿੰਦੇ ਸੋਚ ਨਾ ਹੋਵਈ। ਪਹਿਲੇ ਸੋਚੈ ਦਾ ਅਰਥ ਹੈ ਸੋਚਣਾ, ਤੇ ਦੂਜਾ ਸੋਚੈ ਚੱਚੇ ਨੂੰ ਸਿਹਾਰੀ। ਉਸ ਸੋਚੈ ਸੋਚ ਦਾ ਅਰਥ ਹੈ ਪਵਿੱਤਰ ਹੋਣਾ। ਕਹਿੰਦੇ ਕਦੀ ਵੀ ਕੋਈ ਮਨੁੱਖ ਇਕੱਲਾ ਸੋਚਣ ਨਾਲ, ਇਕੱਲੇ ਵਿਚਾਰਨ ਦੇ ਨਾਲ, ਇਕੱਲਾ ਵਿਚਾਰ ਮੰਡਲ ਦੇ ਵਿੱਚ, ਮਨ ਦੇ ਵਿੱਚ ਗੱਲਾਂ ਬਣਾਈ ਰੱਖਣ ਦੇ ਨਾਲ, ਸੱਚ ਦੀਆਂ ਪੰਡਾਂ ਬੰਨ੍ਹਣ ਦੇ ਨਾਲ, ਵਿਆਖਿਆ ਦੀਆਂ ਪੰਡਾਂ, ਬੜੀਆਂ ਚੰਗੀਆਂ ਗੱਲਾਂ, ਹੁਣ ਸੋਚੀ ਜਾਂਦਾ ਸਿਰਫ ਮਾਨਸਿਕ ਮੰਡਲ ਵਿੱਚ। ਮਨ ਵਿੱਚ ਸੋਚਦਾ, ਅੱਗੇ ਨਹੀਂ ਵੱਧਦਾ, ਮਨ ਨੂੰ ਛੱਡਦਾ ਨਹੀਂ, ਮਨ ਦੇ ਵਿੱਚ ਵਿਚਾਰਾਂ ਵਿੱਚ ਫਸਿਆ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਭਾਈ ਇਸ ਤਰ੍ਹਾਂ ਕੱਲਾ ਸੋਚਣ ਦੇ ਨਾਲ, ਵਿਚਾਰਨ ਦੇ ਨਾਲ ਕਦੀ ਤੇਰਾ ਜੀਵਨ ਪਵਿੱਤਰ ਨਹੀਂ ਹੁੰਦਾ, ਜਿੰਨਾ ਚਿਰ ਜੋ ਕੁਝ ਤੂੰ ਸੋਚਣਾ ਹੈ ਉਹਨੂੰ ਆਪਣੇ ਜੀਵਨ ਤੇ ਲਾਗੂ ਨਹੀਂ ਕਰਦਾ। ਹਜ਼ੂਰ ਨੇ ਕਿਹਾ ਕਿ ਤੂੰ ਭਾਵੇਂ 1 ਵਾਰੀ ਸੋਚ, ਭਾਵੇਂ 100 ਵਾਰੀ ਸੋਚੀ ਜਾ ਵੀ ਆਹ ਚੰਗਾ ਕੰਮ ਕਰਨਾ ਹੈ, ਦੁਹਰਾਈ ਜਾ। ਲੋਕ ਤਾਂ ਕਈ ਅੱਜ ਕੱਲ੍ਹ ਕਹਿੰਦੇ ਨਾ ਬਈ ਜਿਹੜੇ ਨਾਮ ਜਪਣ ਵਾਲੇ ਨੇ ਜਾਂ ਬਾਣੀ ਵਾਰ-ਵਾਰ ਪੜ੍ਹਦੇ ਨੇ, ਕਈ ਵਾਰੀ ਕੁਝ ਸੱਜਣ ਇਹ ਕਹਿ ਦਿੰਦੇ ਵੀ ਇਹ ਤੋਤਾ ਰਟਣ ਹੈ, ਵਾਰ-ਵਾਰ ਬਾਣੀ ਪੜ੍ਹਨੀ, ਇੱਕ ਪਾਠ ਨੂੰ ਵਾਰ-ਵਾਰ ਕਰਨਾ, ਕਹਿੰਦੇ ਇਹ ਤੋਤਾ ਰਟਣ ਹੈ। ਮੈਂ ਸਮਝਦਾ ਵੀ ਉਹ ਤੋਤਾ ਰਟਣ ਪਤਾ ਨਹੀਂ ਹੈ ਕਿ ਨਹੀਂ ਹੈ। ਤੇ ਜਿਹੜੇ ਆਪਾਂ ਕਿਤਾਬਾਂ ਪੜ੍ਹ ਕੇ ਸਾਰਾ ਦਿਨ ਸੋਚੀ ਹੀ ਜਾਂਦੇ ਆ ਤੇ ਪੰਡਾਂ ਬੰਨੀ ਜਾਂਦੇ ਆ ਸਿਆਣਪਾਂ ਦੀਆਂ, ਗੁਰੂ ਸਾਹਿਬ ਤੇ ਕਹਿੰਦੇ ਤੂੰ 1,00,000 ਵਾਰੀ ਸੋਚ ਲੈ, ਭਾਵੇਂ 1,00,000 ਵਾਰੀ ਪੜ੍ਹ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਜਾ, ਆਹ ਚੰਗਾ ਹੈ। ਕਹਿੰਦੇ ਜੇ ਸੋਚੀ 1,00,000 ਵਾਰ, ਅਗਲੇ ਸੋਚੀ ਦਾ ਅਰਥ ਫਿਰ ਹੈ ਵਿਚਾਰਨਾ। ਕਹਿੰਦੇ ਕੋਈ ਮਨੁੱਖ ਭਾਵੇਂ ਕਿੰਨਾ ਪੜ੍ਹਿਆ ਹੋਵੇਗਾ, ਉਹ ਸੋਚੀ ਜਾਏ ਤੇ 1,00,000 ਵਾਰੀ ਵੀ ਸੋਚੀ ਜਾਏ, ਉਹਨੂੰ ਕਦੀ ਸੋਚ ਦਾ ਅਰਥ ਹੈ ਪਵਿੱਤਰਤਾ ਹਾਸਲ ਨਹੀਂ ਹੋ ਸਕਦੀ। ਪਹਿਲੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ, ਕਿਉਂਕਿ ਉਹ ਟਾਈਮ ਉਹ ਸੀ, ਇਹ ਕੇਵਲ ਟਾਈਮ ਅੱਜ ਨਹੀਂ, ਉਦੋਂ ਵੀ ਗ੍ਰੰਥਾਂ ਤੇ ਪੋਥੀਆਂ ਦੇ ਜਿਹੜੇ ਘੋਟਨੇ ਲਾਉਣ ਵਾਲੇ ਸਨ, ਬੜੇ ਸਨ। ਸਤਿਗੁਰੂ ਕਿੰਨੇ ਲੋਕਾਂ ਨੂੰ ਮਿਲੇ, ਕਿਤੇ ਕੋਈ ਪੰਡਤ ਜੀ ਆ ਗਏ, ਊਂਠਾਂ ਤੇ ਪੋਥੀਆਂ ਲੱਦੀਆਂ ਹੋਈਆਂ ਨੇ, ਤੇ ਗੁਰੂ ਸਾਹਿਬ ਕੋਲ ਆਏ ਤੇ ਹਜ਼ੂਰ ਦੇ ਕੋਲ ਬਹਿ ਕੇ ਹਜ਼ੂਰ ਕਹਿੰਦੇ ਆ ਪਿੱਛੇ ਸਮਾਨ ਬੜਾ ਪੰਡਤ ਜੀ ਲੱਦਿਆ ਊਂਠਾਂ ਦੇ ਉੱਤੇ, ਵਿਚਾਰੇ ਤੁਰਦੇ ਹੀ ਮਸਾਂ ਨੇ ਪਏ, ਬੜਾ ਭਾਰ ਲੱਗਦਾ, ਕਿਤੇ ਪੱਥਰ ਤੇ ਨਹੀਂ, ਇਹਨਾਂ ਤੇ ਕੁਝ ਤਰਸ ਕਰੋ ਊਂਠਾਂ ਤੇ ਪੰਡਤ ਜੀ ਹੱਸ ਪਏ, ਮੂਰਖ ਵੀ ਹੱਸਦੇ ਨੇ। ਕਹਿਣ ਲੱਗੇ ਮਹਾਰਾਜ
ਇਹ ਪੱਥਰ ਨਹੀਂ ਤੇ ਇਹ ਪੋਥੀਆਂ ਨੇ। ਕਹਿੰਦੇ ਕਿਹਦੀਆਂ ਪੋਥੀਆਂ? ਕਹਿੰਦੇ ਮੇਰੇ ਕੋਲ ਇੰਨੀ ਵਿੱਦਿਆ, ਮੈਂ ਕਈ ਵਿਦਵਾਨਾਂ ਨੂੰ ਜਿੱਤਿਆ ਹੈ, ਤੇ ਜਿਹਨੂੰ ਮੈਂ ਜਿੱਤ ਲੈਣਾ ਉਹਦੇ ਨਾਲ ਸ਼ਰਤ ਪਹਿਲਾਂ ਲਾਉਣਾ ਵੀ ਜੇ ਮੈਂ ਜਿੱਤ ਗਿਆ ਤੇਰੀਆਂ ਸਾਰੀਆਂ ਪੋਥੀਆਂ ਮੈਂ ਖੋਹ ਲੈਣੀਆਂ। ਪੋਥੀਆਂ ਖੋ ਕੇ ਊਂਠ ਭਰ ਲੈ। ਸੱਚੇ ਪਾਤਸ਼ਾਹ ਕਹਿੰਦੇ ਜੇ ਚੰਗਾ ਹੁੰਦਾ ਤੂੰ ਊਂਠਾਂ ਦੇ ਨਾਲ ਕੋਈ ਵਪਾਰ ਦਾ ਕੰਮ ਕਰ ਲੈਂਦਾ, 4 ਪੈਸੇ ਇਕੱਠੇ ਹੋ ਜਾਂਦੇ, ਕਿਹੜੇ ਕੰਮ ਲੱਗਾ ਹੈ? ਇਹ ਪੰਡਾਂ ਬੰਨ ਕੇ ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ ਹੈ। ਹਾਲਾਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਅਕਲ ਦੀ ਵਰਤੋਂ ਦੀ ਗੱਲ ਕੀਤੀ ਗਈ ਹੈ। ਇਹਦੇ ਅਰਥ ਇਹ ਵੀ ਨਾ ਸਮਝਣਾ ਜਿਉਂ-ਜਿਉਂ ਅੱਗੇ ਤੁਰਾਂਗੇ ਅਰਥ ਖੁੱਲ੍ਹਣਗੇ। ਇਹ ਇੱਕ ਥਾਂ ਹੁੰਦਾ ਜਿੱਥੇ ਸੋਚਣ ਦੀ ਲੋੜ ਹੁੰਦੀ ਹੈ, ਇੱਕ ਥਾਂ ਹੁੰਦਾ ਹੈ ਜਿਸ ਥਾਂ ਤੇ ਅਕਲ ਦੀ ਵਰਤੋਂ ਦੀ ਲੋੜ ਹੈ, ਪਰ ਦਿਨ ਰਾਤ ਅਕਲ ਦੇ ਆਧਾਰ ਤੇ ਖਲੋ ਜਾਣਾ ਨਹੀਂ। ਪਹਿਲਾਂ ਸੋਚਣਾ, ਪਹਿਲਾਂ ਵਿਚਾਰਨਾ, ਘੱਟ ਸੋਚਣਾ ਤੇ ਜ਼ਿਆਦਾ ਕਰਨਾ। ਗੁਰੂ ਸਾਹਿਬ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਸੋਚੈ ਸੋਚ ਨਾ ਹੋਵਈ। ਇਕੱਲੇ ਵਿਚਾਰਨ ਦੇ ਨਾਲ ਜੀਵਨ ਪਵਿੱਤਰ ਨਹੀਂ ਹੋਵੇਗਾ। ਜੇ ਸੋਚੀ ਲੱਖ ਵਾਰ, ਕੋਈ ਮਨੁੱਖ ਲੱਖਾਂ ਵਾਰੀ ਵੀ ਵਿਚਾਰਦਾ ਰਹੇ, ਲੱਖਾਂ ਵਾਰੀ ਵੀ ਸੋਚਦਾ ਰਹੇ, ਫਿਰ ਵੀ ਉਹ ਜਿਹੜਾ ਸਚਿਆਰਾ ਨਹੀਂ ਬਣ ਸਕਦਾ, ਪਵਿੱਤਰ ਨਹੀਂ ਹੋ ਸਕਦਾ, ਸ਼ੁੱਧ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਇਹ ਦੂਜਾ ਸਾਧਨ ਸੀ। ਕੁਝ ਲੋਕ ਕੀ ਕਰਦੇ ਸਨ? ਬੋਲਣਾ ਹੀ ਨਹੀਂ, ਸ਼ਬਦ ਬੰਦ ਕਰ ਦੇਣੇ ਨੇ। ਇੱਥੋਂ ਤੱਕ ਵੀ ਉਹਨਾਂ ਦਾ ਪ੍ਰਣ ਹੁੰਦਾ ਸੀ ਵੀ ਜੇ ਕਿਸੇ ਨੂੰ ਕੋਈ ਗੱਲ ਕਹਿਣੀ ਤੇ ਕਾਗਜ਼ ਜੇਬ ਦੇ ਵਿੱਚ ਛੋਟੀ ਜਿਹੀ ਕਾਪੀ ਰੱਖੀ, ਅੱਜ ਵੀ ਹੈ। ਜੇ ਕਿਸੇ ਨਾਲ ਦੇ ਨੂੰ ਕਹਿਣਾ ਵੀ ਮੈਨੂੰ ਰੋਟੀ ਦੇ, ਪਾਣੀ ਦੇ, ਉਹਨੇ ਲਿਖ ਕੇ ਕਹਿਣਾ, ਬੋਲਣਾ ਨਹੀਂ। ਬੋਲਣ ਦਾ ਵਰਤ ਰੱਖ ਦਿੱਤਾ। ਇਹ ਇੱਕ ਕਿਰਿਆ ਉਹਨਾਂ ਦੀ। ਠੀਕ ਹੈ, ਬਾਣੀ ਕਹਿੰਦੀ ਘੱਟ ਬੋਲਣਾ ਚਾਹੀਦਾ, ਕੋਈ ਸ਼ੱਕ ਨਹੀਂ। ਗੁਰਸਿੱਖ ਥੋੜ੍ਹਾ ਬੋਲਣਾ ਹੁਕਮ ਹੈ, ਇਹ ਨਹੀਂ ਵੀ ਬੋਲੀਏ ਜਾਣਾ, ਪਰ ਚੁੱਪ ਕਰ ਗਏ। ਕਹਿੰਦੇ ਜੇ ਕੋਈ ਮਨੁੱਖ ਸਚਿਆਰਾ ਹੋਣ ਵਾਸਤੇ ਚੁੱਪ ਕਰ ਰਵੇ ਤੇ ਇੰਨਾ ਚੁੱਪ ਕਰ ਰਵੇ ਕਿ ਲਿਵਤਾਰ ਲਗਾਤਾਰ ਚੁੱਪ ਹੀ ਕੀਤਾ ਰਵੇ, ਕਈ ਸਾਲ ਬੋਲੇ ਹੀ ਨਾ, ਕਿ ਮੈਂ ਬੋਲਣਾ ਹੀ ਨਹੀਂ। ਹਜ਼ੂਰ ਕਹਿੰਦੇ ਚੁੱਪ ਹੋਣ ਦੇ ਨਾਲ ਵੀ, ਸ਼ਬਦ ਬੰਦ ਕਰਨ ਦੇ ਨਾਲ, ਅਸਲ ਵਿੱਚ ਇਹ ਤੇ ਮੂੰਹ ਬੰਦ ਹੋਇਆ। ਇੱਕ ਹੋਰ ਅਵਸਥਾ ਹੈ। ਇੱਕ ਹੈ ਕਿ ਆਪਾਂ ਬੋਲਣਾ ਨਹੀਂ, ਚੁੱਪ ਰਹਿਣਾ। ਇੱਕ ਹੋਰ ਅਵਸਥਾ ਹੈ, ਉਹ ਅਵਸਥਾ ਜਦੋਂ ਬੋਲਣ ਤੇ ਜੀ ਨਾ ਕਰੇ। ਜਦੋਂ ਬੰਦਾ ਇੰਨੇ ਆਨੰਦ ਵਿੱਚ, ਜਦੋਂ ਬਹੁਤੇ ਆਨੰਦ ਵਿੱਚ ਬੰਦਾ ਹੋਵੇਗਾ, ਉਹਦਾ ਬੋਲਣ ਨੂੰ ਚਿੱਤ ਨਹੀਂ ਕਰੇਗਾ। ਗੁਰੂ ਸਾਹਿਬ ਜਵਾਬ ਦੇ ਰਹੇ ਨੇ, ਕਹਿੰਦੇ ਇਸ ਤਰ੍ਹਾਂ ਵੀ ਝੂਠ ਦੀ ਕੰਧ ਨਹੀਂ ਟੁੱਟਦੀ ਤੇ ਕੋਈ ਸਚਿਆਰ ਨਹੀਂ ਹੋ ਸਕਦਾ ਵੀ ਧੱਕੇ ਨਾਲ ਮੈਂ ਬੋਲਣਾ ਹੀ ਨਹੀਂ। ਮਨ ਚੁੱਪ ਨਹੀਂ ਜਿੰਨਾ ਚਿਰ ਕਰਦਾ। ਇਸ ਲਈ ਕਹਿੰਦੇ ਲਿਵ ਲਾ ਕੇ ਲਗਾਤਾਰ, ਤਾਰ ਦਾ ਅਰਥ ਹੈ, ਤਾਰ ਸ਼ਬਦ ਦੇ ਅੱਗੇ ਲਗਾ ਲੱਗਾ ਹੈ। ਲਗਾਤਾਰ ਵੀ ਕੋਈ ਸਾਰੀ ਜ਼ਿੰਦਗੀ ਵੀ ਮੂੰਹ ਤੋਂ ਬੋਲੇ ਨਾ, ਇਸ ਤਰ੍ਹਾਂ ਵੀ ਉਹ ਆਪਣੇ ਆਪੇ ਨੂੰ ਸ਼ੁੱਧ ਨਹੀਂ ਕਰ ਸਕਦਾ। ਅੱਗੇ ਤੀਜਾ ਸਾਧਨ ਗਿਣਿਆ, ਕਹਿੰਦੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਕਿਸੇ ਦਲਿਦਰੀ ਦੀ, ਕਿਸੇ ਗਰੀਬ ਦੀ ਭੁੱਖ ਓਨਾ ਚਿਰ ਨਹੀਂ ਜਾਂਦੀ ਜੇ ਉਹ ਕੇਵਲ ਮਾਨਸਿਕ ਮੰਡਲ ਦੇ ਵਿੱਚ ਵਿਚਾਰਦਾ ਰਵੇ ਵੀ ਇਸ ਤਰ੍ਹਾਂ ਮੈਂ ਇੰਨੀ ਮਾਇਆ ਇਕੱਠੀ ਕਰਨੀ ਹੈ, ਇੰਨੀਆਂ ਪੁਰੀਆਂ ਦਾ ਮਾਲਕ ਬਣ ਜਾਵਾਂਗਾ। ਇੱਥੇ ਅਸਲ ਵਿੱਚ ਗੁਰੂ ਸਾਹਿਬ ਉਸ ਵੇਲੇ ਦੀ ਇੱਕ ਕਮਜ਼ੋਰੀ ਦੀ ਵਰਣਨ ਕਰ ਰਹੇ ਨੇ। ਉਦੋਂ ਵੀ ਲੋਕ ਕਲਪਨਾ ਦੇ ਤੌਰ ਤੇ ਕੋਈ ਕਲਪਨਾ ਕਰਦਾ ਰਹਿੰਦਾ ਸੀ, ਇਸ ਤਰ੍ਹਾਂ ਸੰਤ ਬਣਾਂਗਾ, ਇਸ ਤਰ੍ਹਾਂ ਸਾਧੂ ਬਣਾਂਗਾ। ਕੋਈ ਕਲਪਨਾ ਦੇ ਨਾਲ ਰਾਜਾ ਬਣਨ ਦੀ ਕੋਸ਼ਿਸ਼ ਕਰਦੇ। ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਉਹਦੇ ਲਈ ਕੰਮ ਨਹੀਂ ਕਰਦੇ, ਜਿੰਨਾ ਨਹੀਂ ਉਹਦੇ ਲਈ ਵਰਕ ਨਹੀਂ ਕਰਦੇ, ਕਿਵੇਂ ਤੁਹਾਡੀ ਇਹ ਭੁੱਖ ਮਿਟ ਸਕਦੀ? ਭੁੱਖਿਆ ਭੁੱਖ ਨਾ ਉਤਰੀ। ਜੇ ਕੋਈ ਭੁੱਖਾ ਮਨੁੱਖ, ਭਾਵੇਂ ਦੇ ਅਰਥ ਹੋਰ ਵੀ ਨੇ ਟੀਕਿਆਂ ਵਿੱਚ, ਭੁੱਖੇ ਰਹਿਣ ਦੇ ਨਾਲ, ਵਰਤ ਰੱਖਣ ਨਾਲ, ਪਰ ਮੈਂ ਜਿਹੜੀ ਬੇਨਤੀ ਕਰ ਰਿਹਾ, ਕੋਈ ਮਨੁੱਖ ਭੁੱਖਿਆ ਭੁੱਖ ਨਾ ਉਤਰੀ, ਜਦੋਂ ਇਹਨੂੰ ਬਿਨਾਂ ਬਿੰਦੀ ਤੋਂ ਪੜਾਂਗੇ, ਹੇ ਭੁੱਖੇ ਮਨੁੱਖ ਭੁੱਖਿਆ, ਹੇ ਭੁੱਖੇ ਮਨੁੱਖ ਭੁੱਖ ਨਾ ਉਤਰੀ। ਤੇਰੀ ਇਸ ਤਰ੍ਹਾਂ ਭੁੱਖ ਨਹੀਂ ਉਤਰਦੀ ਵੀ ਜੇ ਚੌਂਕੜਾ ਮਾਰ ਕੇ ਸੋਚੀਓ ਹੀ ਜਾਏ ਕਿ ਜੇ ਬੰਨ ਲਵਾਂ। ਪੁਰੀਆਂ ਦੇ ਅਰਥ ਨੇ ਸਾਰੀਆਂ ਪੁਰੀਆਂ, ਸਾਰੇ ਦੇਸ਼। ਭਾਰ ਦਾ ਅਰਥ ਹੈ ਪੰਡਾ।
ਜੇ ਤੂੰ ਕੇਵਲ ਆਪਣੇ ਦਿਮਾਗ ਦੇ ਵਿੱਚ ਸੋਚਦਾ ਰਵੇਂ, ਦਿਮਾਗ ਦੇ ਵਿੱਚ ਸੋਚੀ ਜਾਏ, ਕੇਵਲ ਵਿਚਾਰੀ ਜਾਏ ਕਿ ਮੈਂ ਇਹਨਾਂ ਸਾਰੀਆਂ ਪੁਰੀਆਂ ਦੀ ਮਾਇਆ ਇਕੱਠੀ ਕਰ ਲਵਾਂ, ਤੇ ਫਿਰ ਤੂੰ ਸ਼ੇਖ ਚਿੱਲੀ ਤੇ ਹੋ ਸਕਣਾ ਆਪਣੇ ਦਿਮਾਗ ਦੇ ਵਿੱਚੇ ਹੀ। ਪਰ ਭਾਈ ਜਿੰਨਾ ਚਿਰ ਉੱਠ ਕੇ ਹੱਥਾਂ ਨਾਲ ਕੋਈ ਕੰਮ ਨਹੀਂ ਕਰਦਾ, ਕੋਈ ਕਾਰੋਬਾਰ ਨਹੀਂ ਕਰਦਾ, ਕੋਈ ਕਿਰਤ ਨਹੀਂ ਕਰਦਾ, ਤੇ ਤੇਰੀ ਭੁੱਖ ਕਿਵੇਂ ਮਿਟੇਗੀ? ਇਹ ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨਾ ਸੋਚਦੇ ਰਹਿਣ ਦੇ ਨਾਲ ਵੀ ਮੈਂ ਪਵਿੱਤਰ ਹੋ ਜਾਵਾਂ, ਪਵਿੱਤਰ ਹੋ ਜਾਵਾਂ, ਇਸ ਤਰ੍ਹਾਂ ਸੋਚ ਕੇ ਪਵਿੱਤਰ ਵੀ ਨਹੀਂ ਹੋ ਸਕਦਾ। ਨਾ ਕੇਵਲ ਚੁੱਪ ਰਹਿਣ ਦੇ ਨਾਲ ਕਦੀ ਮਨ ਚੁੱਪ ਹੁੰਦਾ ਹੈ, ਨਾ ਕਦੀ ਕੋਈ ਭੁੱਖਾ ਮਨੁੱਖ ਸੋਚੀ ਜਾਏ ਹਜ਼ਾਰਾਂ ਵਾਰੀ ਤੇ ਬੜੇ ਤਰੀਕੇ ਦੇ ਨਾਲ, ਜਿੰਨਾ ਚਿਰ ਹੱਥੀਂ ਕੰਮ ਨਹੀਂ ਕਰਦਾ। ਸਾਰੀ ਪੌੜੀ ਦੇ ਵਿੱਚ ਇਸ਼ਾਰਾ ਹੈ ਕਰਮਸ਼ੀਲ ਹੋਣ ਵਾਸਤੇ, ਸਾਰੀ ਪੌੜੀ ਵਿੱਚ ਇਸ਼ਾਰਾ ਹੈ ਅੱਗੇ ਤੁਰਨ ਵਾਸਤੇ। ਸੱਚੇ ਪਾਤਸ਼ਾਹ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ। ਸਹਿਸ ਦਾ ਅਰਥ ਹੈ ਹਜ਼ਾਰਾਂ, ਸਿਆਣਪਾਂ ਇਹ ਬਹੁਵਚਨ ਹੋ ਗਿਆ। ਕਹਿੰਦੇ ਹਜ਼ਾਰਾਂ ਹੀ ਸਿਆਣਪਾਂ ਦੇ ਨਾਲ ਕੋਈ ਮਨੁੱਖ ਯਤਨ ਕਰੇ, ਕੱਲੀ ਸਿਆਣਪ ਦੇ ਆਧਾਰ ਤੇ ਸੋਚ ਕੇ ਵਿਚਾਰ ਮੰਡਲ ਤੇ, ਤਾਂ ਇੱਕ ਨਾ ਚੱਲੇ ਨਾਲ। ਵਾਹਿਗੁਰੂ ਦੇ ਘਰ ਦੇ ਵਿੱਚ ਪਹੁੰਚਣ ਵਾਸਤੇ, ਉਹਦੇ ਘਰ ਤੱਕ ਦਰਵਾਜ਼ੇ ਤੱਕ ਜਾਣ ਵਾਸਤੇ ਇੱਕ ਵੀ ਚੀਜ਼ ਨਾਲ ਨਹੀਂ ਚੱਲਦੀ, ਇੱਕ ਵੀ ਸਿਆਣਪ ਨਾਲ ਨਹੀਂ ਚੱਲਦੀ। ਇਸ ਪੌੜੀ ਨੂੰ ਪੜ੍ਹ ਕੇ ਵਿਦਵਤਾ ਚੰਗੀ ਏ, ਪਰ ਕਈ ਵਾਰੀ ਜੁੱਤੀ ਦੇ ਵਿੱਚ ਸਾਧ ਸੰਗਤ ਜੀ ਕਿੱਲ ਤਾਂ ਲਾਏ ਹੁੰਦੇ ਨੇ ਵੀ ਜੁੱਤੀ ਟੁੱਟੇ ਨਾ, ਮੋਚੀ ਨੇ। ਪਰ ਜੇ ਉਹ ਹੀ ਕਿੱਲ ਦੀ ਨੋਕ ਕਿਤੇ ਨਿਕਲ ਜਾਏ ਤੇ ਉਹ ਕਿੱਲ ਤੁਰਨ ਵੀ ਨਹੀਂ ਦਿੰਦਾ, ਚੁੱਭਦਾ। ਵਿਦਵਤਾ ਇੱਕ ਕਿੱਲ ਹੈ ਜਿਹੜਾ ਪਰਮਾਤਮਾ ਦੇ ਦਰ ਵੱਲ ਜਾਣ ਵਾਸਤੇ ਸਹਾਇਕ ਤਾਂ ਹੋ ਸਕਦਾ ਹੈ। ਵਿਦਵਤਾ ਇੱਕ ਕਿੱਲ ਹੈ, ਪਰ ਜੇ ਕਿਤੇ ਉੱਭਰ ਆਇਆ ਤੇ ਵਿਦਵਤਾ ਦੁੱਖ ਵੀ ਬੜਾ ਦਿੰਦੀ ਹੈ। ਸਿਆਣਪਾਂ ਮਨੁੱਖ ਨੂੰ ਸਿਰ ਤੇ ਦਿਨ ਰਾਤ ਪੰਡੇ ਹੀ ਬੰਨੀ ਰੱਖਦਾ। ਅਸਲ ਵਿੱਚ ਇਸ ਪੌੜੀ ਵਿੱਚ ਮੰਜ਼ਿਲ ਤੇ ਪਹੁੰਚਣ ਵਾਸਤੇ, ਸਚਿਆਰੇ ਹੋਣ ਵਾਸਤੇ, ਸਾਡਾ ਧਾਰਮਿਕ ਤਬਕਾ ਜਿਹੜਾ ਹੈ ਬੌਦਾਦ ਵਿੱਚ ਸੋਚਦਾ ਹੈ ਮੈਂ ਪੜ੍ਹ ਕੇ ਤੇ ਸੁਣ ਕੇ ਅੰਦਰ ਗੱਲਾਂ ਇਕੱਠੀਆਂ ਕਰ ਲਵਾਂਗਾ ਤੇ ਮੈਂ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਵਾਂਗਾ। ਗੁਰੂ ਸਾਹਿਬ ਉਹਨੂੰ ਕੰਡਮ ਕਰ ਦਿੰਦੇ ਨੇ, ਕਹਿੰਦੇ ਨਹੀਂ, ਉੱਥੇ ਕੱਲੀਆਂ ਗੱਲਾਂ ਨਾਲ ਨਹੀਂ ਤੂੰ ਪਹੁੰਚ ਸਕਦਾ, ਕੱਲੇ ਸੋਚਣ ਨਾਲ ਨਹੀਂ ਪਹੁੰਚ ਸਕਦਾ। ਹਜ਼ਾਰਾਂ ਵੀ ਸਿਆਣਪਾਂ ਤੇਰੇ ਕੋਲ ਹੋਣ, ਲੱਖਾਂ ਵੀ ਸਿਆਣਪਾਂ ਤੇਰੇ ਕੋਲ ਹੋਣ, ਪਰ ਉਹਦੇ ਘਰ ਦੇ ਵਿੱਚ ਸਿਆਣਪ ਨਹੀਂ ਚੱਲਦੀ। ਫਿਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ, ਫਿਰ ਆਪ ਜੀ ਕਿਰਪਾ ਕਰੋ। ਅੱਗੇ ਬਚਨ ਕੀਤੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿਵ ਦਾ ਅਰਥ ਹੈ ਕਿਵੇਂ, ਸਚਿਆਰਾ ਦਾ ਅਰਥ ਤੁਸੀਂ ਸੁਣਿਆ ਸ਼ੁੱਧ ਹੋਣਾ, ਤੇ ਟੁੱਟੈ ਦਾ ਅਰਥ ਟੁੱਟ ਜਾਣਾ, ਪਾਲ ਦਾ ਅਰਥ ਹੈ ਕੰਧ। ਸਾਡੇ ਅੰਦਰੋਂ ਝੂਠ ਦੀ ਕੰਧ ਕਿਵੇਂ ਟੁੱਟੇ, ਕਿਉਂਕਿ ਵਾਹਿਗੁਰੂ ਨਾਲ ਮਿਲਾਪ ਵਾਸਤੇ ਹੋਰ ਕੋਈ ਰਾਹ ਹੀ ਨਹੀਂ, ਇੱਕੋ ਹੀ ਰਾਹ ਹੈ, ਅਸੀਂ ਉਹਦੇ ਵਰਗੇ ਹੋ ਜਾਈਏ। ਉਹ ਆਪ ਸਚਿਆਰ ਹੈ, ਉਹ ਬੜਾ ਸ਼ੁੱਧ ਪਵਿੱਤਰ, ਉਹਦੇ ਨਾਲ ਮਿਲਣ ਦਾ ਹੋਰ ਕੋਈ ਰਾਹ ਹੀ ਨਹੀਂ। ਕੋਈ ਬੰਦਾ ਜਿੰਨਾ ਮਰਜ਼ੀ ਅੱਖਾਂ ਵਿੱਚੋਂ ਪਾਣੀ ਵਹਾਈ ਜਾਏ, ਜਿੰਨੇ ਮਰਜ਼ੀ ਤਰਲੇ ਲਈ ਜਾਏ, ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰੀ ਜਾਏ, ਜੇ ਸਾਡਾ ਆਪਣਾ ਆਪ ਵਾਹਿਗੁਰੂ ਵਰਗਾ ਜਿੰਨਾ ਚਿਰ ਨਹੀਂ ਹੁੰਦਾ, ਜਿੰਨਾ ਚਿਰ ਸਾਡਾ ਬ੍ਰਹਮ ਪਾਰ ਬ੍ਰਹਮ ਵਰਗਾ ਨਹੀਂ ਹੁੰਦਾ, ਪਾਰ ਬ੍ਰਹਮ ਯਾਨੀ ਕਿ ਜਿਹੜਾ ਬਾਹਰ ਹੈ, ਜਿੰਨਾ ਚਿਰ ਅਸੀਂ ਵਾਹਿਗੁਰੂ ਵਰਗੇ ਨਹੀਂ ਹੁੰਦੇ, ਉਹਨਾਂ ਚਿਰ ਕੋਈ ਮਿਲਾਪ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਫਿਰ ਜਦੋਂ ਉਹਨਾਂ ਨੇ ਕਹਿ ਦਿੱਤਾ ਨਾ ਵੀ ਕੱਲੀਆਂ ਸਿਆਣਪਾਂ ਦੇ ਆਧਾਰ ਤੇ ਨਹੀਂ, ਤੇ ਗੁਰੂ ਸਾਹਿਬ ਦਾ ਇਹ ਮਤਲਬ ਸਿਰਫ ਇੱਥੇ ਸਿਆਣਪ ਦੇ ਅਹੰਕਾਰ ਨਾਲ ਸੰਬੰਧ ਰੱਖਦਾ। ਸਿਆਣਪ ਦੋ ਤਰ੍ਹਾਂ ਦੀ, ਮੈਂ ਇੱਥੇ ਬੇਨਤੀ ਕਰਦਿਆਂ ਕਿਤੇ ਅਸੀਂ ਇੱਕ ਪੱਖ ਤੇ ਨਾ ਜੁੜ ਜਾਈਏ ਵੀ ਸਿਆਣਪ ਦੀ ਲੋੜ ਹੀ ਨਹੀਂ, ਅਕਲ ਦੀ ਲੋੜ ਨਹੀਂ। ਗੁਰੂ ਸਾਹਿਬ ਕਹਿੰਦੇ ਸਿਆਣਪ ਉਹ ਚੰਗੀ ਜਿਹੜੀ ਨਿਮਰਤਾ ਨਾਲ ਹੋਵੇ। ਜਿਸ ਸਿਆਣਪ ਵਿੱਚ ਅਹੰਕਾਰ ਆ ਜਾਏ ਉਹ ਪ੍ਰਵਾਨ ਨਹੀਂ।